आखिर खत्म होया मस्तवाना साहिब जमीन दा विवाद। गुरुद्वारा साहिब दी जमीन ते बनन जा रहा है बाबा अतर सिंह जी दे नाम ते मैडिकल कॉलेज। 5 अगस्त ਨੂੰ ਪੰਜਾਬ ਦੇ ਮੁੱਖ ਮੰਤਰੀ ਭਗਵੰਤ ਸਿੰਘ ਮਾਨ ਨੇ ਮਸਤੂਆਣਾ ਸਾਹਿਬ ਦੇ ਕੋਲ ਗੁਰਦੁਆਰਾ ਸਾਹਿਬ ਦੀ ਜ਼ਮੀਨ ਤੇ ਮੈਡੀਕਲ ਕਾਲਜ ਬਣਾਉਣ ਦੇ ਲਈ ਨੀਂਹ ਪੱਥਰ ਰੱਖਿਆ ਸੀ, ਜਿਹੜੀ 25 ਏਕੜ ਜ਼ਮੀਨ ਗੁਰਦੁਆਰਾ ਅੰਗੀਠਾ ਸਾਹਿਬ ਦੇ ਵੱਲੋਂ ਪੰਜਾਬ ਸਰਕਾਰ ਨੂੰ ਰਜਿਸਟਰ ਕਰਵਾਈ ਗਈ ਸੀ। ਉਸ ਤੇ ਐਸਜੀਪੀਸੀ ਦੇ ਵੱਲੋਂ ਗਲਤ ਰਜਿਸਟਰੀ ਦੇ ਸੀ ਜਿਹੜੇ ਉਹ ਇਲਜ਼ਾਮ ਲਗਾਏ ਗਏ ਸੀ ਤੇ ਜਿਹੜਾ ਕੇਸ ਸੀ ਉਹ ਕੋਰਟ ਵਿੱਚ ਲੱਗਿਆ ਹੋਇਆ ਸੀ। ਪਰ ਅੱਜ ਇਸ ਤੇ ਸਮਝੌਤਾ ਹੋ ਚੁੱਕਿਆ ਹੈ। ਦੋਨੋਂ ਪੱਖ ਨੇ ਜਿਹੜੇ ਉਹ ਆਪਸ ਦੇ ਵਿੱਚ ਸਹਿਮਤ ਹੋ ਗਏ ਨੇ ਤੇ ਜਿਹੜਾ खुशी का माहौल है वह पसर चुका है। सो वड्डी खास गल तो यह है कि जोड़े बाबा अतर सिंह जी ने उन्होंने नाम से मैडिकल कॉलेज जोड़ा यह बनन जा रहा आने वाले समय के जिथे नौजवानों को रोजगार मुहैया करवाएगा उत्थे ही उन्होंने सिक्ख्या ते चल के लोगों की सेवा दे विच भी समर्पित होवेगा। मैं तो एक मैंबर हाँ, एक संस्था हैगी। चलो मैं तो बहुत खुशी है क्योंकि असीं तो शुरू तो ही हमेशा ही तुसी सारी प्रेस वालों पता है कि मैं हमेशा ही चाहता सी कि संत चंद सिंह अपना संत बाबा अतर सिंह जी के नाँ से देखो जो कॉलेज बन रहा है इलाके की भावना होना सारे चाहते सी भी जरूर बनना ये चाहिए। सारी शुरू तो कोशिश रही, प्रधान जी ने मिले असीं गल्लां करते रहे तो बहुत खुशी की गल है कि अज संघर्ष जोड़ा साडे मोर्चे वालों किसान मोर्चे वालों सेखों साहब तो इन्हों के सारे साथियों ने असीं सारे बैठ के मीटिंग की है और वधिया एक छिट्टे ते सारे जने पहुँचे हाँ कि ये जोड़ा धरना है जोड़ा अपना कॉलेज है ये बनना चाहिए। वो सारिया गल्लां सेखो जी ने तो डिटेल दसदियां ने। सो असी सारे ये सहमत हाँ और असी भी चाहते हैं भी इत्थे जोड़ा कॉलेज है जल्द तो जल्दी बने। प्रधान जी तुसीं संभावना व्यक्त कर रहे हो कि क्लासां शुरू हो जाणगीआं? बिल्कुल असी कोशिश करांगे। देखो असी भी पहला गल की सारे ने बैठ के भी सरकार नूं असी कहांगे भी सरकार ने देखो चाहिए वो अपने वादे देखो हुण सरकार दे देखो असी ये सारा मसला हल हो गया। ਹੁਣ ਸਰਕਾਰ ਨੂੰ ਚਾਹੀਦਾ ਕਿ ਉਹ ਕਲਾਸਾਂ ਸ਼ੁਰੂ ਕਰੇ। ਆਪਣੇ ਜਿਹੜੀ ਹੈ ਮੈਂ ਭਗਵੰਤ ਮਾਨ ਜੀ ਨੂੰ ਬੇਨਤੀ ਕਰਦਾ ਜਿਹੜੀ ਹੈ ਉਹਨਾਂ ਲੋਕਾਂ ਨਾਲ ਵਾਅਦਾ ਕੀਤਾ ਮੈਂ ਇਸ ਸਾਲ ਕਲਾਸਾਂ ਸ਼ੁਰੂ ਕਰੂੰਗਾ। ਉਹਦੇ ਵਾਸਤੇ ਸੇਖੋ ਜੀ ਨੇ ਦੱਸਤਾ ਕਿ ਟਰਸਟ ਵੱਲੋਂ ਜਿਹੜਾ ਗੁਰਸਾਗਰ ਮਸਤੂਆਣਾ ਟਰਸਟ ਵੱਲੋਂ ਜਗ੍ਹਾ ਵੀ ਦੇਤੀ, ਕਲੀਅਰ ਕਰਤੀ, ਸਾਰੀ ਗੱਲ ਹੋ ਗਈ। ਤੇ ਹੁਣ ਇਹ ਬੇਨਤੀ ਕਰਦੇ ਆ ਵੀ ਜਲਦ ਤੋਂ ਜਲਦੀ ਇੱਥੇ ਜਿਹੜੀਆਂ ਮੈਡੀਕਲ ਕਾਲਜ ਦੀਆਂ ਕਲਾਸਾਂ ਨੇ ਜਿਹੜੀਆਂ ਉਹ ਸ਼ੁਰੂ ਹੋਣੀਆਂ ਚਾਹੀਦੀਆਂ ਨੇ। हाँ जी सर, मैडिकल कॉलेज ਨੂੰ ਲੈ ਕੇ ਕੀ ਸਹਿਮਤੀ ਹੋਈ ਹੈ ਜੀ? ਮਾਨਯੋਗ ਪੱਤਰਕਾਰ ਸਹਿਬਾਨ, ਅੱਜ ਅਸੀਂ ਸਾਰੀਆਂ ਧਿਰਾਂ ਜਿਸ ਦੇ ਵਿੱਚ ਸੰਯੁਕਤ ਕਿਸਾਨ ਮੋਰਚਾ, ਸ਼੍ਰੋਮਣੀ ਗੁਰਦੁਆਰਾ ਪ੍ਰਬੰਧਕ ਕਮੇਟੀ ਔਰ ਗੁਰਸਾਗਰ ਟਰਸਟ ਮਸਤੂਆਣਾ ਸਾਹਿਬ ਅਤੇ ਪ੍ਰਬੰਧਕ ਕਮੇਟੀ ਗੁਰਦੁਆਰਾ ਅੰਗੀਠਾ ਸਾਹਿਬ ਵੱਲੋਂ ਸਾਰੀਆਂ ਧਿਰਾਂ ਇੱਥੇ ਅੱਜ ਹਾਜ਼ਰ ਹਾਂ ਤੁਹਾਡੇ ਰੂਬਰੂ। ਇਸ ਤੋਂ ਪਹਿਲਾਂ ਅਸੀਂ ਸੰਯੁਕਤ ਕਿਸਾਨ ਮੋਰਚੇ ਦੀ ਮੀਟਿੰਗ 17 ਜਨਵਰੀ ਨੂੰ ਸੁਤੰਤਰ ਭਵਨ ਸੰਗਰੂਰ ਦੇ ਵਿੱਚ ਕੀਤੀ ਸੀਗੀ ਕਿਉਂਕਿ ਜਿਵੇਂ ਤੁਸੀਂ ਸਾਰੇ ਜਾਣਦੇ ਹੋ ਵੀ ਮੈਡੀਕਲ ਕਾਲਜ ਮਸਤੂਆਣਾ ਸਾਹਿਬ ਵਿਖੇ ਬਣਾਉਣ ਦਾ ਜਿਹੜਾ ਮਸਲਾ ਹੈਗਾ ਇਹ ਕਾਫੀ ਪ੍ਰੈਸ ਦੇ ਵਿੱਚ ਚਰਚਾ ਦਾ ਵਿਸ਼ਾ ਰਿਹਾ ਹੈਗਾ ਤੇ ਸਾਰੇ ਹੀ ਇਸ ਕਾਲਜ ਨੂੰ ਇੱਥੇ ਬਣਾਉਣਾ ਚਾਹੁੰਦੇ ਆ, ਪਰ ਕੁਝ ਆਪਸੀ ਮਤਭੇਦਾਂ ਕਰਕੇ ਇਹ ਲੰਬਾ ਪੈਂਦਾ ਰਿਹਾ ਇਸ਼ੂ ਆ ਜਿਹੜਾ ਉਹਨੂੰ ਹੱਲ ਕਰਨ ਦੇ ਖਾਤਰ ਸੰਯੁਕਤ ਕਿਸਾਨ ਮੋਰਚੇ ਵੱਲੋਂ ਅਸੀਂ ਪਹਿਲ ਕਦਮੀ ਕੀਤੀ। 17/1/2023 ਨੂੰ ਮੀਟਿੰਗ ਕੀਤੀ ਔਰ ਉਹ 'ਚ ਫੈਸਲਾ ਕੀਤਾ ਵੀ ਇਸ ਮਸਲੇ ਦੇ ਨਾਲ ਜਿਹੜੀਆਂ ਸੰਬੰਧਿਤ ਧਿਰਾਂ ਨੇ ਉਹਨਾਂ ਸਾਰੀਆਂ ਨੂੰ ਮਿਲਿਆ ਜਾਵੇ। ਤੇ ਸਭ ਤੋਂ ਪਹਿਲਾਂ ਅਸੀਂ ਸ਼੍ਰੋਮਣੀ ਗੁਰਦੁਆਰਾ ਪ੍ਰਬੰਧਕ ਕਮੇਟੀ ਦੇ ਜਿਹੜੇ ਵੀ ਮੁਅੱਜ਼ਜ਼ ਅਹੁਦੇਦਾਰ ਸੀਗੇ ਔਰ ਜ਼ਿਲ੍ਹੇ ਦੇ ਉਹਨਾਂ ਦੇ ਵਿੱਚ ਸਰਦਾਰ ਬਲਦੇਵ ਸਿੰਘ ਮਾਨ ਜੀ ਸਾਬਕਾ ਮੰਤਰੀ, ਜਿਹੜੇ ਕੋਰ ਕਮੇਟੀ ਦੇ ਵੀ ਮੈਂਬਰ ਨੇ ਅਕਾਲੀ ਦਲ ਬਾਦਲ ਦੇ, ਗੋਬਿੰਦ ਸਿੰਘ ਜੀ ਲੌਂਗੋਵਾਲ ਜਿਹੜੇ ਪ੍ਰਬੰਧਕ ਸ਼੍ਰੋਮਣੀ ਕਮੇਟੀ ਦੇ ਮੌਜੂਦਾ ਮੈਂਬਰ ਵੀ ਨੇ ਔਰ ਇਹ ਸਾਬਕਾ ਪ੍ਰਧਾਨ ਵੀ ਨੇ ਐਸਜੀਪੀਸੀ ਦੇ, ਔਰ ਤੇਜਾ ਸਿੰਘ ਜੀ ਕਮਾਲਪੁਰ ਜਿਨ੍ਹਾਂ ਦੇ ਮਤਲਬ ਪਤਨੀ ਜੀ ਸ਼੍ਰੋਮਣੀ ਗੁਰਦੁਆਰਾ ਪ੍ਰਬੰਧਕ ਕਮੇਟੀ ਦੇ ਮੈਂਬਰ ਨੇ ਤੇ ਇਹ ਆਪਣੇ ਜ਼ਿਲ੍ਹੇ ਸੰਗਰੂਰ ਦੇ ਅਕਾਲੀ ਦਲ ਬਾਦਲ ਦੇ ਸਾਬਕਾ ਪ੍ਰਧਾਨ ਵੀ ਨੇ। ਇਹਨਾਂ ਨੂੰ ਅਸੀਂ ਮਤਲਬ ਮਿਲੇ ਔਰ ਇਹਦੇ ਵਿੱਚ ਕੁਝ ਗੱਲਾਂ ਅਸੀਂ ਤੈਅ ਕੀਤੀਆਂ। ਇਹ 4/2/2023 ਨੂੰ ਮਿਲੇ ਅਸੀਂ ਔਰ ਉਸ ਤੋਂ ਬਾਅਦ ਫਿਰ ਅਗਲੀ ਮੀਟਿੰਗ ਆ ਜਿਹੜੀ ਉਹ ਅਸੀਂ ਗੁਰਸਾਗਰ ਟਰਸਟ ਮਸਤੂਆਣਾ ਸਾਹਿਬ ਦੇ ਅਹੁਦੇਦਾਰਾਂ ਨਾਲ ਰੱਖੀ
ਤੇ ਉਹ ਮੀਟਿੰਗ 8/2/2023 ਨੂੰ ਰੱਖੀ। ਉਹਦੇ ਵਿੱਚ ਸਰਦਾਰ ਜਸਵੰਤ ਸਿੰਘ ਜੀ ਖਹਿਰਾ ਔਰ ਉਸ ਦੇ ਵਿੱਚ ਸਰਦਾਰ ਗੁਰਜੰਟ ਸਿੰਘ ਜੀ ਦੁੱਗਾ ਔਰ ਮਨਜੀਤ ਸਿੰਘ ਜੀ, ਜਿਨ੍ਹਾਂ ਨੂੰ ਆਪਾਂ ਕੁੱਕੀ ਕੋਚ ਦੇ ਨਾਂ ਨਾਲ ਜਾਣਦੇ ਹਾਂ, ਉਹ ਹਾਜ਼ਰ ਆਏ। ਉਹਦੇ ਵਿੱਚ ਕੁਝ ਗੱਲਾਂ ਉਹਨਾਂ ਨਾਲ ਅਸੀਂ ਤੈਅ ਕੀਤੀਆਂ ਔਰ 9 ਤਾਰੀਖ ਨੂੰ ਅਸੀਂ ਪ੍ਰਬੰਧਕ ਕਮੇਟੀ ਆ ਜਿਹੜੀ ਗੁਰਦੁਆਰਾ ਅੰਗੀਠਾ ਸਾਹਿਬ ਮਸਤੂਆਣਾ ਸਾਹਿਬ, ਉਹਨਾਂ ਨਾਲ ਮੀਟਿੰਗ ਕੀਤੀ। ਉਹਦੇ ਵਿੱਚੋਂ ਬਾਬਾ ਦਰਸ਼ਨ ਸਿੰਘ ਜੀ ਖੜੇ ਆ ਤੇ ਮਾਸਟਰ ਜਸਵੰਤ ਸਿੰਘ ਜੀ ਹੈਗੇ ਆ, ਇਹ ਹਾਜ਼ਰ ਆ ਤੇ ਇਹਨਾਂ ਦੇ ਹੋਰ ਮੈਂਬਰ ਹਾਜ਼ਰ ਸੀਗੇ। ਇਹਨਾਂ ਨਾਲ ਮੀਟਿੰਗ ਕੀਤੀ ਤੇ ਕੁਝ ਗੱਲਾਂ ਇਹਨਾਂ ਨਾਲ ਡਿਸਕਸ ਕੀਤੀਆਂ। ਉਸ ਤੋਂ ਬਾਅਦ ਫਿਰ ਵੀ ਕੁਝ ਮੀਟਿੰਗਾਂ ਕੀਤੀਆਂ। 17/2 ਨੂੰ ਕੀਤੀ, 18 ਨੂੰ ਹੋਈ, ਫਿਰ 19 ਨੂੰ ਅਸੀਂ ਸਾਰੀਆਂ ਧਿਰਾਂ ਨੇ ਇੱਕ ਸਾਂਝੀ ਮੀਟਿੰਗ ਕੀਤੀ ਔਰ 19/2 ਦੀ ਮੀਟਿੰਗ ਦੇ ਵਿੱਚ ਸਾਰੀਆਂ ਧਿਰਾਂ ਸ਼੍ਰੋਮਣੀ ਗੁਰਦੁਆਰਾ ਪ੍ਰਬੰਧਕ ਕਮੇਟੀ, ਗੁਰਸਾਗਰ ਟਰੱਸਟ ਮਸਤੂਆਣਾ ਸਾਹਿਬ ਔਰ ਪ੍ਰਬੰਧਕ ਕਮੇਟੀ ਗੁਰਦੁਆਰਾ ਅੰਗੀਠਾ ਸਾਹਿਬ ਤੇ ਸੰਯੁਕਤ ਕਿਸਾਨ ਮੋਰਚੇ ਦੀਆਂ ਸਾਰੀਆਂ ਧਿਰਾਂ ਦੇ ਨੁਮਾਇੰਦੇ ਆ ਜਿਹੜੇ ਉਸ ਮੀਟਿੰਗ ਦੇ ਵਿੱਚ ਸ਼ਾਮਲ ਹੋਏ ਤੇ ਉਹਦੇ ਵਿੱਚ ਅਸੀਂ ਫੈਸਲਾ ਜਿਹੜਾ ਕੀਤਾ ਹੈ ਉਹ ਕੀਤਾ ਵੀ ਸਾਰੀਆਂ ਧਿਰਾਂ, ਸਭ ਤੋਂ ਪਹਿਲਾਂ ਸਾਡਾ ਮਸਲਾ ਸੀ ਜਿਹੜਾ ਵੀ ਅਸੀਂ ਸਾਰੇ ਇਸ ਗੱਲ ਤੇ ਸਹਿਮਤ ਹਾਂ ਵੀ ਇੱਥੇ ਸੰਤ ਬਾਬਾ ਅਤਰ ਸਿੰਘ ਜੀ ਦੇ ਨਾਂ ਤੇ ਇਹ ਮੈਡੀਕਲ ਕਾਲਜ ਜਲਦੀ ਤੋਂ ਜਲਦੀ ਬਣਨਾ ਚਾਹੀਦਾ ਹੈਗਾ। ਇਹਦੇ ਉੱਤੇ ਸਾਰਿਆਂ ਦੀ ਸਹਿਮਤੀ ਸੀ। ਦੂਸਰਾ ਸਾਡਾ ਇਹਦੇ ਉੱਤੇ ਸਹਿਮਤੀ ਬਣੀ ਵੀ ਇਹ ਜਿਹੜਾ ਕਾਲਜ ਆ ਇਹਦੇ ਲਈ ਕਲਾਸਾਂ ਨੇ ਜਿਹੜੀਆਂ 2023-24 ਦੇ ਸੈਸ਼ਨ ਦੇ ਲਈ ਇਹ ਜਲਦੀ ਤੋਂ ਜਲਦੀ ਇਸ ਸੈਸ਼ਨ ਤੋਂ ਹੀ ਸਟਾਰਟ ਹੋਣੀਆਂ ਚਾਹੀਦੀਆਂ ਨੇ ਔਰ ਨਾਲ ਦੀ ਨਾਲ ਪੰਜਾਬ ਸਰਕਾਰ ਨੂੰ ਮਿਲ ਕੇ ਇਹ ਜਿਹੜੀਆਂ ਕਲਾਸਾਂ ਨੇ ਇਹ ਚਾਲੂ ਕਰਨ ਦੇ ਲਈ ਅਸੀਂ ਉਹਨਾਂ ਨੂੰ ਬੇਨਤੀ ਕਰਾਂਗੇ ਵੀ ਇਹ ਹਾਂ ਤੇ ਉਸ ਤੋਂ ਬਾਅਦ ਅਸੀਂ ਇਸ ਗੱਲ ਦੇ ਉੱਤੇ ਵੀ ਸਾਰਿਆਂ ਦੀ ਸਹਿਮਤੀ ਆ ਵੀ ਇਹ ਕਲਾਸਾਂ ਨੇ ਜਿਹੜੀਆਂ ਕਿੱਥੇ ਸ਼ੁਰੂ ਹੋਣ ਤਾਂ ਸਾਨੂੰ ਮਤਲਬ ਗੁਰਸਾਗਰ ਟਰੱਸਟ ਮਸਤੂਆਣਾ ਸਾਹਿਬ ਦੀ ਜਿਹੜੀ ਕਮੇਟੀ ਹੈ ਉਹਨਾਂ ਨੇ ਆਫਰ ਕੀਤੀ ਸੀ ਵੀ ਬੀਐਡ ਕਾਲਜ ਦੀ ਜਿਹੜੀ ਬਿਲਡਿੰਗ ਹੈ, ਸਾਡੇ ਕੋਲੇ ਹੋਸਟਲ ਹੈ, ਸਾਡੇ ਕੋਲੇ ਮੈਸ ਹੈ ਔਰ ਇਸ ਜਗ੍ਹਾ ਦੇ ਉੱਤੇ ਅਸੀਂ ਇਹ ਪ੍ਰੋਵਾਈਡ ਕਰਾਉਣ ਨੂੰ ਤਿਆਰ ਆ ਤੇ ਅਸੀਂ ਮਤਲਬ ਸਹਿਮਤੀ ਬਣੀ ਆ ਸਾਰੀਆਂ ਧਿਰਾਂ ਦੀ ਵੀ ਇਸ ਬਿਲਡਿੰਗ ਦੇ ਵਿੱਚ ਜੋ ਬੀਐਡ ਕਾਲਜ ਦੀ ਬਿਲਡਿੰਗ ਆ ਗੁਰਸਾਗਰ ਟਰੱਸਟ ਮਸਤੂਆਣਾ ਵੱਲੋਂ ਤਜਵੀਜ਼ ਕੀਤੀ ਗਈ ਆ, ਇਹ ਇਸੇ ਸਾਲ ਤੋਂ ਕਲਾਸਾਂ ਇਸ ਜਗ੍ਹਾ ਦੇ ਉੱਤੇ ਸ਼ੁਰੂ ਕੀਤੀਆਂ ਜਾਣ। ਤੀਸਰੀ ਸਾਡੀ ਮਤਲਬ ਸਹਿਮਤੀ ਇਸ ਗੱਲ ਤੇ ਬਣੀ ਆ। ਚੌਥੀ ਸਹਿਮਤੀ ਸਾਡੀ ਇਸ ਗੱਲ ਤੇ ਬਣੀ ਆ ਵੀ 25 ਏਕੜ ਜ਼ਮੀਨ ਜਿਹੜੀ ਤਜਵੀਜ਼ਤ ਆ, ਜਿਹਦੇ ਉੱਤੇ ਨੀਂਹ ਪੱਥਰ ਰੱਖਿਆ ਗਿਆ ਹੈ ਆਲਰੇਡੀ, ਇਹ ਮੈਡੀਕਲ ਕਾਲਜ ਉਸ 25 ਏਕੜ ਦੇ ਵਿੱਚ ਹੀ ਬਣਨਾ ਚਾਹੀਦਾ ਔਰ ਸਾਰੀਆਂ ਧਿਰਾਂ ਇਹਦੇ ਉੱਤੇ ਸਹਿਮਤ ਨੇ, ਕੋਈ ਆਪਸ ਦੇ ਵਿੱਚ ਰੌਲਾ ਨਹੀਂ ਰਿਹਾ। ਉਸ ਤੋਂ ਅਗਲੀ ਸਾਡੀ ਸਹਿਮਤੀ ਬਣੀ ਆ ਵੀ ਇਸ ਜ਼ਮੀਨ ਦੇ ਸੰਬੰਧ ਦੇ ਵਿੱਚ ਜਿਹੜੀਆਂ ਸੰਬੰਧਿਤ ਧਿਰਾਂ ਨੇ, ਜਿਵੇਂ ਸ਼੍ਰੋਮਣੀ ਗੁਰਦੁਆਰਾ ਪ੍ਰਬੰਧਕ ਕਮੇਟੀ ਆ, ਗੁਰਸਾਗਰ ਟਰੱਸਟ ਮਸਤੂਆਣਾ ਸਾਹਿਬ ਆ ਜਾਂ ਪ੍ਰਬੰਧਕ ਕਮੇਟੀ ਅੰਗੀਠਾ ਸਾਹਿਬ ਆ, ਇਹਨਾਂ ਦਾ ਆਦਰਨੀਏ ਪੰਜਾਬ ਅਤੇ ਹਰਿਆਣਾ ਹਾਈ ਕੋਰਟ ਦੇ ਵਿੱਚ ਕੇਸ ਚੱਲ ਰਿਹਾ ਔਰ ਉਸ ਕੇਸ ਦੇ ਵਿੱਚ ਸਹਿਮਤੀ ਨਾਲ ਇਹ 25 ਏਕੜ ਜਿਹੜੀ ਜ਼ਮੀਨ ਆ ਜਿੱਥੇ ਕਾਲਜ ਦੀ ਉਸਾਰੀ ਹੋਣੀ ਆ, ਇਹ ਅਸੀਂ ਕੋਰਟ ਨੂੰ, ਹਾਈ ਕੋਰਟ ਨੂੰ ਬੇਨਤੀ ਕਰਾਂਗੇ ਵੀ ਇਹ 25 ਏਕੜ ਜ਼ਮੀਨ ਨੂੰ ਉਸ ਕੇਸ ਦੇ ਵਿੱਚੋਂ ਬਾਹਰ ਕੱਢ ਦਿੱਤਾ ਜਾਵੇ ਤਾਂ ਕਿ ਇੱਥੇ ਜਲਦੀ ਤੋਂ ਜਲਦੀ ਉਸਾਰੀ ਆ ਜਿਹੜੀ ਹੋ ਸਕੇ। ਇਹ ਸਾਰੀਆਂ ਧਿਰਾਂ ਸਹਿਮਤ ਨੇ। ਉੱਥੇ ਜਾ ਕੇ ਕੇਸ ਦੀ ਤਾਰੀਖ ਭਾਵੇਂ 10/5 ਲੱਗੀ ਹੋਈ ਆ, 10 ਮਈ ਲੱਗੀ ਆ, ਪਰ ਅਸੀਂ ਇੱਕ ਜਲਦੀ ਸੁਣਵਾਈ ਲਈ, ਜਿਹਨੂੰ ਆਪਾਂ ਅਰਲੀ ਹੀਅਰਿੰਗ ਕਹਿ ਦਿੰਦੇ ਆ, ਜਲਦੀ ਸੁਣਵਾਈ ਲਈ ਇੱਕ ਐਪਲੀਕੇਸ਼ਨ ਸਾਂਝੇ ਤੌਰ ਤੇ ਦਾਇਰ ਕਰਾਂਗੇ ਵੀ ਮਈ ਦੀ ਉਡੀਕ ਕਰਨ ਦੀ ਬਜਾਏ ਇਹ ਕੇਸ ਨੂੰ ਮਾਨਯੋਗ ਹਾਈ ਕੋਰਟ ਜਲਦੀ ਟੇਕ ਅਪ ਕਰੇ ਔਰ ਟੇਕ ਅਪ ਕਰਕੇ ਇਹਦੀ ਜਲਦੀ ਸੁਣਵਾਈ ਕਰੇ ਔਰ ਜੋ ਸਾਡੀ ਸਹਿਮਤੀ ਬਣੀ ਆ ਉਹਦੇ ਮੁਤਾਬਕ 25 ਏਕੜ ਜ਼ਮੀਨ ਆ ਜਿਹੜੀ ਜਿੱਥੇ ਕਾਲਜ ਦੀ ਉਸਾਰੀ ਹੋਣੀ ਆ ਉਹ ਕੇਸ 'ਚੋਂ ਬਾਹਰ ਕੱਢ ਦਿੱਤੇ ਤੇ ਨਾਲ ਹੀ ਸਾਡੀ ਸਹਿਮਤੀ ਇਹ ਵੀ ਬਣੀ ਆ ਵੀ ਇਹ 25 ਏਕੜ ਤੋਂ ਇਲਾਵਾ ਜੋ ਵੀ ਇਹ ਤਿੰਨ ਧਿਰਾਂ ਦਾ ਆਪਸੀ ਕੋਈ ਕੇਸ ਆਦਰਨੀਏ ਪੰਜਾਬ ਤੇ ਹਰਿਆਣਾ ਹਾਈ ਕੋਰਟ ਵਿੱਚ ਚੱਲਦਾ, ਸ਼੍ਰੋਮਣੀ ਗੁਰਦੁਆਰਾ ਪ੍ਰਬੰਧਕ ਕਮੇਟੀ, ਗੁਰਸਾਗਰ ਟਰੱਸਟ ਮਸਤੂਆਣਾ ਸਾਹਿਬ ਅਤੇ ਅੰਗੀਠਾ ਸਾਹਿਬ ਦੀ ਜਿਹੜੀ ਪ੍ਰਬੰਧਕ ਕਮੇਟੀ ਆ, ਬਾਕੀ ਜ਼ਮੀਨ ਜਾਇਦਾਦ ਸੰਬੰਧੀ ਇਹ ਸੁਤੰਤਰ ਨੇ, ਆਜ਼ਾਦ ਨੇ। ਇਹ 25 ਏਕੜ ਤੋਂ ਇਲਾਵਾ ਇਹ ਆਪਣੇ ਕੇਸ ਨੂੰ ਕੰਟੈਸਟ ਕਰ ਸਕਦੇ ਆ, ਚਾਲੂ ਰੱਖ ਸਕਦੇ ਆ ਔਰ ਜੋ ਵੀ ਮਾਨਯੋਗ ਹਾਈ ਕੋਰਟ ਉਹਦੇ ਉੱਤੇ ਫੈਸਲਾ ਕਰੂਗੀ, ਇਹ 25 ਏਕੜ ਤੋਂ ਇਲਾਵਾ ਜੋ ਕਢਾ ਲਈ ਜਾਊਗੀ ਸਾਂਝੇ ਤੌਰ ਦੇ ਯਤਨਾਂ ਨਾਲ, ਉਹ ਇਹ ਜੋ ਕੋਰਟ ਫੈਸਲਾ ਕਰੂਗੀ ਉਹ ਸਾਰਿਆਂ ਨੂੰ ਪ੍ਰਵਾਨ ਹੋਏਗਾ। ਇਹ ਫੈਸਲਾ ਮੁੱਢਲੇ ਰੂਪ ਦੇ ਵਿੱਚ ਅਸੀਂ
ਸੰਯੁਕਤ ਕਿਸਾਨ ਮੋਰਚੇ ਵੱਲੋਂ ਜਿਹੜੀਆਂ ਇਹ ਯਤਨ ਸ਼ੁਰੂ ਕੀਤੇ ਸੀਗੇ, ਉਹਨਾਂ ਯਤਨਾਂ ਦਾ ਸਿੱਟਾ ਵੀ ਅੱਜ ਅਸੀਂ ਤੁਹਾਡੇ ਰੂਬਰੂ ਆ, ਸਾਂਝੇ ਤੌਰ ਤੇ ਸਾਰੇ ਹਾਜ਼ਰ ਆ। ਸ਼੍ਰੋਮਣੀ ਗੁਰਦੁਆਰਾ ਪ੍ਰਬੰਧਕ ਕਮੇਟੀ ਵੱਲੋਂ ਲੌਂਗੋਵਾਲ ਸਾਹਿਬ ਖੜੇ ਆ, ਗੋਬਿੰਦ ਸਿੰਘ ਲੌਂਗੋਵਾਲ, ਸਰਦਾਰ ਬਲਦੇਵ ਸਿੰਘ ਮਾਨ ਖੜੇ ਆ, ਤੇਜਾ ਸਿੰਘ ਕਮਾਲਪੁਰ ਜੀ ਖੜੇ ਆ, ਔਰ ਗੁਰਸਾਗਰ ਟਰੱਸਟ ਵੱਲੋਂ ਖਹਿਰਾ ਸਾਹਿਬ ਜਸਵੰਤ ਸਿੰਘ ਜੀ ਖਹਿਰਾ ਖੜੇ ਆ, ਮਨਜੀਤ ਸਿੰਘ ਕੁੱਕੀ ਕੋਚ ਜੀ ਖੜੇ ਆ, ਗੁਰਜੰਟ ਸਿੰਘ ਦੁੱਗਾ ਖੜੇ ਆ, ਔਰ ਉਸ ਤੋਂ ਬਾਅਦ ਜਿਹੜੀ ਅੰਗੀਠਾ ਸਾਹਿਬ ਦੀ ਕਮੇਟੀ ਆ ਉਹਦੇ ਵੱਲੋਂ ਬਾਬਾ ਦਰਸ਼ਨ ਸਿੰਘ ਖੜੇ ਆ ਤੇ ਮਾਸਟਰ ਜਸਵੰਤ ਸਿੰਘ ਖੜੇ ਆ। ਤੇ ਸੰਯੁਕਤ ਮੋਰਚੇ ਵੱਲੋਂ ਤੁਸੀਂ ਸਾਰਿਆਂ ਨੂੰ ਜਾਣਦੇ ਹੀ ਹੋ, ਤੁਹਾਡਾ ਬਹੁਤ ਬਹੁਤ ਧੰਨਵਾਦ। ਤੁਸੀਂ ਜਿੱਥੇ ਦਿੱਲੀ ਦੇ ਬਾਰਡਰਾਂ ਦੇ ਉੱਤੇ ਅਸੀਂ ਸਾਰਿਆਂ ਨੇ ਮਤਲਬ ਜੋ ਯਤਨ ਕੀਤੇ, ਤੁਸੀਂ ਪ੍ਰੈਸ ਨੇ ਬਹੁਤ ਯੋਗਦਾਨ ਪਾਇਆ। ਇੱਥੇ ਜੋ ਸਾਡਾ ਰੇਲਵੇ ਸਟੇਸ਼ਨ ਤੇ ਚੱਲਿਆ ਉਹਦੇ ਵਿੱਚ ਸੰਗਰੂਰ ਦੇ ਪ੍ਰੈਸ ਦਾ ਬਹੁਤ ਵੱਡਾ ਯੋਗਦਾਨ ਆ ਅਤੇ ਤੁਸੀਂ ਸਾਰਿਆਂ ਨੂੰ ਜਾਣਦੇ ਹੋ, ਅਸੀਂ ਤੁਹਾਡੇ ਰੂਬਰੂ ਆ। ਤੇ ਅੱਜ ਅਸੀਂ ਡਿਪਟੀ ਕਮਿਸ਼ਨਰ ਸਾਹਿਬ ਨੂੰ ਇਹੀ ਜੋ ਗੱਲਾਂ ਮੈਂ ਤੁਹਾਨੂੰ ਦੱਸੀਆਂ ਨੇ ਇਹ ਲਿਖਤੀ ਰੂਪ ਦੇ ਵਿੱਚ ਤੁਹਾਨੂੰ ਵੀ ਦੇ ਦਿੱਤੀਆਂ ਨੇ, ਇਹਨਾਂ ਦੀ ਕਾਪੀ ਇਹ ਲਿਖਤੀ ਰੂਪ ਦੇ ਵਿੱਚ ਡਿਪਟੀ ਕਮਿਸ਼ਨਰ ਸਾਹਿਬ ਨੂੰ ਅਸੀਂ ਆਪਣੀ ਰੀਪ੍ਰੈਜ਼ੈਂਟੇਸ਼ਨ ਦੇ ਕੇ ਆਏ ਹਾਂ ਸਾਂਝੇ ਤੌਰ ਤੇ। ਔਰ ਡਿਪਟੀ ਕਮਿਸ਼ਨਰ ਸਾਹਿਬ ਨੇ ਇਹ ਵਿਸ਼ਵਾਸ ਦਿਵਾਇਆ ਵੀ ਮੈਂ ਕੇਂਦਰੀ ਸਰਕਾਰ ਨਾਲ ਔਰ ਪੰਜਾਬ ਸਰਕਾਰ ਨਾਲ ਜੋ ਅੱਜ ਰੀਪ੍ਰੈਜ਼ੈਂਟੇਸ਼ਨ ਦਿੱਤੀ ਆ ਇਹ ਜਲਦੀ ਤੋਂ ਜਲਦੀ ਮਤਲਬ ਟੇਕ ਅਪ ਕਰਕੇ ਇਹ ਕਲਾਸਾਂ ਇਸ ਸਾਲ ਤੋਂ ਹੀ ਸ਼ੁਰੂ ਕਰਵਾਵਾਂਗੇ, ਕੋਸ਼ਿਸ਼ ਕਰਾਂਗੇ। ਔਰ ਨਾਲ ਦੀ ਨਾਲ ਇਹ ਉਸਾਰੀ ਵੀ ਆ ਜਿਹੜੀ ਉਹ ਜਦੋਂ ਵੀ ਹਾਈ ਕੋਰਟ ਵੱਲੋਂ ਇਹ ਸਟੇ ਵਕੇਟ ਹੋ ਜਾਏਗੀ ਇਹਦੀ ਉਸਾਰੀ ਵੀ ਜਲਦੀ ਤੋਂ ਜਲਦੀ ਸ਼ੁਰੂ ਕਰਾਉਣ ਦਾ ਯਤਨ ਕਰਾਂਗੇ। ਇਹ ਡਿਪਟੀ ਕਮਿਸ਼ਨਰ ਸਾਹਿਬ ਨੇ ਅੱਜ ਵਿਸ਼ਵਾਸ ਦਿਵਾਇਆ ਹੈਗਾ। ਖੈਰ ਸਾਹਿਬ ਚੰਗੀ ਗੱਲ ਆ, ਸਹਿਮਤੀ ਹੋਈ ਆ, ਪਰ ਇਹ ਸਹਿਮਤੀ ਕਿਹੜੇ ਸਮਝੌਤੇ ਨੂੰ ਲੈ ਕੇ ਹੋਈ ਹੈ? ਕਿਉਂਕਿ 2.5-3 ਮਹੀਨੇ ਲਗਾਤਾਰ ਜਿਹੜਾ ਇਸ ਜ਼ਮੀਨ ਨੂੰ ਲੈ ਕੇ ਕਲੇਸ਼ ਚੱਲਦਾ ਰਿਹਾ, ਪਰ ਅੱਜ ਸਾਰੀਆਂ ਤਰ੍ਹਾਂ ਇਕੱਠੀਆਂ ਨੇ, ਸਮਝੌਤਾ ਕੀ? ਦੇਖੋ ਗੱਲ ਇਹ ਆ, ਮੈਂ ਪਹਿਲਾਂ ਵੀ ਤੁਹਾਨੂੰ ਕਹਿ ਚੁੱਕਿਆ ਵੀ ਇਹ ਸਹਿਮਤੀ ਸੰਯੁਕਤ ਕਿਸਾਨ ਮੋਰਚਾ ਜੋ ਮਤਲਬ ਸੰਗਰੂਰ ਦੀਆਂ ਜਥੇਬੰਦੀਆਂ ਨੇ ਕਿਸਾਨ, ਉਹਨਾਂ ਦੀ ਜਿਹੜੀ ਸ਼ੁਰੂਆਤੀ ਕੀਤੀ ਹੋਈ ਮਤਲਬ ਘਾਲਣਾ ਹੈਗੀ ਆ, ਉਹਨਾਂ ਨੇ ਇਹਦੇ ਵਿੱਚ ਯਤਨ ਕੀਤੇ ਆ। ਉਹ ਯਤਨ ਦਾ ਸਿੱਟਾ ਹੈਗਾ ਵੀ ਇਹ ਮਤਲਬ ਜਿਹੜੀ ਮਿਸਅੰਡਰਸਟੈਂਡਿੰਗ ਸੀ ਆਪਸੀ, ਉਹ ਮਿਸਅੰਡਰਸਟੈਂਡਿੰਗ ਨੂੰ ਅਲੱਗ-ਅਲੱਗ ਬੈਠ ਕੇ ਫਿਰ ਇਕੱਠੇ ਬੈਠ ਕੇ ਇਹਨੂੰ ਦੂਰ ਕੀਤਾ ਹੈਗਾ। ਮਿਸ ਅੰਡਰਸਟੈਂਡਿੰਗ ਦਾ ਪੇਚ ਕੀ ਸੀ? ਕਿਉਂਕਿ 2.5-3 ਮਹੀਨੇ ਲਗਾਤਾਰ ਧਰਨੇ ਵੀ ਲੱਗਦੇ ਰਹੇ, ਅਸਲ ਕਿਹੜੇ ਪੇਚ ਪਿੱਛੇ ਕਰਾਰੀ ਪਈ? ਦੇਖੋ ਉਹ ਜੋ ਪੇਚ ਸੀਗਾ ਉਹ ਅਸੀਂ ਮਹਿਸੂਸ ਕਰਦੇ ਹਾਂ ਸੰਯੁਕਤ ਕਿਸਾਨ ਮੋਰਚੇ ਵਾਲੇ, ਬਾਕੀ ਉਹ ਧਿਰਾਂ ਜਾਣਦੀਆਂ ਹੋਣਗੀਆਂ, ਮੈਂ ਉਹਨਾਂ ਵੱਲੋਂ ਨਹੀਂ ਕਹਿ ਸਕਦਾ। ਅਸੀਂ ਸੰਯੁਕਤ ਕਿਸਾਨ ਮੋਰਚੇ ਵਾਲੇ ਇਹ ਮਹਿਸੂਸ ਕਰਦੇ ਸੀਗੇ ਤੇ ਵੀ ਇਹ ਮਿਸਅੰਡਰਸਟੈਂਡਿੰਗ ਆ, ਇਹ ਜਿਹਨੂੰ ਆਪਾਂ ਗਲਤਫਹਿਮੀ ਕਹਿ ਦਿੰਦੇ ਆ, ਇੱਕ ਗਲਤਫਹਿਮੀ ਆ। ਇਹਨਾਂ ਨੂੰ ਮਤਲਬ ਇੱਕ ਐਡਾ ਵੱਡਾ ਅਦਾਰਾ ਸਾਡੇ ਜ਼ਿਲ੍ਹੇ 'ਚ ਆ ਰਿਹਾ, ਜੇ ਅਸੀਂ ਆਪਸੀ ਮਿਸਅੰਡਰਸਟੈਂਡਿੰਗ ਕਰਕੇ ਇਹਨੂੰ ਖੋਲ੍ਹ ਲੈਂਦੇ ਆ ਤਾਂ ਇਹ ਬਹੁਤ ਵੱਡੀ ਇਲਾਕੇ ਦੇ ਲਈ, ਮਸਤੂਆਣਾ ਸਾਹਿਬ ਦੇ ਲਈ ਇੱਕ ਘਾਟ ਹੋਏਗੀ, ਸਾਡੇ ਲਈ ਘਾਟ ਹੋਏਗੀ, ਔਰ ਇਸ ਨੂੰ ਅਸੀਂ ਇਕੱਠਾ ਕਰਨ ਦੀ ਕੋਸ਼ਿਸ਼ ਲੱਗਦਾ ਵੀ ਕੀਤੀ। ਬੜੀ ਦੇਰ ਹੋ ਗਈ, ਜੇ ਪਹਿਲਾਂ ਹੋ ਜਾਂਦਾ ਜਿਹੜਾ ਨੁਕਸਾਨ ਹੋਇਆ ਨਾ ਹੋਵੇ। ਦੇਖੋ ਦੇਰ ਆਏ ਦਰੁਸਤ ਆਏ। ਇੱਕ ਗੱਲ ਕਲੀਅਰ ਕਰਨਾ ਚਾਹੁੰਦਾ ਹਾਂਜੀ, ਧਰਨਾ ਜਿਹੜਾ ਚਲੋ ਪਹਿਲਾਂ ਧਰਨੇ ਵਾਲੀ ਗੱਲ ਕਰੋ। ਧਰਨੇ ਬਾਰੇ ਅੱਛਾ, ਧਰਨੇ ਬਾਰੇ ਇਹ ਆ, ਸਾਡੀ ਸਾਰਿਆਂ ਦੀ ਅੰਡਰਸਟੈਂਡਿੰਗ ਬਣੀ ਆ ਵੀ ਅੱਜ ਡਿਪਟੀ ਕਮਿਸ਼ਨਰ ਸਾਹਿਬ ਦੇ ਅਸੀਂ ਰੀਪ੍ਰੈਜ਼ੈਂਟੇਸ਼ਨ ਦੇਣ ਤੋਂ ਬਾਅਦ ਜੋ ਸਾਡੀ 19/2 ਨੂੰ ਮੀਟਿੰਗ ਹੋਈ ਸੀ ਉਹ 'ਚ ਤੈਅ ਹੋਇਆ ਸੀਗਾ ਵੀ ਇਹ ਧਰਨਾ ਜਿਹੜਾ ਹੈਗਾ ਇਹ ਫਿਲਹਾਲ ਸਸਪੈਂਡ ਕੀਤਾ ਜਾਏਗਾ। ਇਹ ਸਾਡੀਆਂ ਸਾਰੀਆਂ ਸੰਯੁਕਤ ਕਿਸਾਨ ਮੋਰਚੇ ਦੀਆਂ ਧਿਰਾਂ, ਉਹ ਧਰਨਾ ਸੰਯੁਕਤ ਕਿਸਾਨ ਮੋਰਚੇ ਨੇ ਨਹੀਂ ਲਾਇਆ। ਪਹਿਲੀ ਗੱਲ ਮੈਂ ਇਹ ਸਪਸ਼ਟ ਕਰਨਾ ਚਾਹੁੰਦਾ ਵੀ ਉਹ ਧਰਨਾ ਸੰਯੁਕਤ ਕਿਸਾਨ ਮੋਰਚੇ ਵੱਲੋਂ ਨਹੀਂ ਹੈ, ਉਹ ਧਰਨਾ ਇਲਾਕੇ ਦੇ ਲੋਕਾਂ ਦਾ ਹੈ। ਨੋ ਜੀ ਨੋ, ਇੱਕ ਇਲਾਕੇ ਦੇ ਲੋਕਾਂ ਨੇ ਨਹੀਂ, ਇਹ ਗਲਤ ਟਰਮ ਵਰਤ ਰਹੇ ਹੋ। ਤੇ ਉਹ ਅੰਗੀਠਾ ਸਾਹਿਬ ਦੀ ਕਮੇਟੀ ਦੇ ਉਹਨਾਂ ਦੀ ਸਰਪ੍ਰਸਤੀ ਹੇਠ ਧਰਨਾ ਚੱਲ ਰਿਹਾ। ਇਹ ਹੁਣ ਜ਼ਿੰਮੇਵਾਰੀ ਅੰਗੀਠਾ ਸਾਹਿਬ ਦੀ ਕਮੇਟੀ ਦੀ ਬਣਦੀ ਹੈ ਵੀ ਉਹ ਧਰਨੇ ਨੂੰ ਜਦੋਂ ਸਾਰੀ ਸਹਿਮਤੀ ਹੋਗੀ ਤਾਂ ਉਹ ਧਰਨੇ ਨੂੰ ਅੱਜ ਹੀ ਖਤਮ ਕਰਾਉਣ। ਬਾਬਾ ਜੀ ਤੁਹਾਡੀ ਸਰਪ੍ਰਸਤੀ ਸੀ ਸੰਗਤਾਂ ਦੇ ਨਾਲ, ਸਾਡੀ ਵੀ ਹੈ, ਅਸੀਂ ਨਾਲ ਆ ਸੰਗਤਾਂ ਦੇ। ਹੁਣ ਧਰਨਾ ਸਮਾਪਤ ਕਰਾਉਂਗੇ ਜੀ? ਧਰਨਾ ਸਮਾਪਤ ਅਸੀਂ ਹਾਂ ਸੰਗਤਾਂ ਨੂੰ ਹੁਣ ਜਾ ਕੇ ਬੇਨਤੀ ਕਰਾਂਗੇ, ਕੋਈ ਗੱਲ ਨਹੀਂ। ਮੁੱਢਲੇ ਤੌਰ ਤੇ ਸਾਡੀ ਜਿਹੜੀ ਸਹਿਮਤੀ ਇਹ ਹੋਈ ਹੈ ਕਿ ਇਸੇ ਸੈਸ਼ਨ ਤੋਂ ਕਲਾਸਾਂ ਸ਼ੁਰੂ ਕੀਤੀਆਂ ਜਾਣ, ਕਿਉਂਕਿ ਉਹਦੇ ਲਈ ਮਸਤੂਆਣਾ ਸਾਹਿਬ ਅਸੀਂ ਟਰਸਟ ਵੱਲੋਂ ਬੀਐਡ ਕਾਲਜ ਦੀ ਸਾਰੀ ਬਿਲਡਿੰਗ ਤੇ ਹੋਸਟਲ ਅਸੀਂ ਪਹਿਲਾਂ ਹੀ ਆਫਰ ਕਰ ਚੁੱਕੇ ਆ। ਦਸੰਬਰ ਦੇ ਵਿੱਚ ਅਸੀਂ ਸਰਕਾਰ ਨੂੰ ਰੈਜੂਲੇਸ਼ਨ ਪਾ ਕੇ ਦੇ ਚੁੱਕੇ ਆ ਤੇ ਉਹਦੇ ਵਿੱਚ ਐਸੇ ਸੈਸ਼ਨ ਤੋਂ ਜਿਹੜੀਆਂ ਕਲਾਸਾਂ ਸ਼ੁਰੂ ਕਰਨ, ਜਿਵੇਂ ਪਹਿਲਾਂ ਲੌਂਗੋਵਾਲ ਸਾਹਿਬ ਤੇ ਮਾਨ ਸਾਹਿਬ ਨੇ ਕਿਹਾ ਕਿ ਹੁਣ ਸਰਕਾਰ ਆਪਦਾ ਵਾਅਦਾ ਪੁਗਾਵੇ ਕਿ ਇਸੇ ਸੈਸ਼ਨ ਤੋਂ ਉਹ ਕਲਾਸਾਂ ਸ਼ੁਰੂ ਕਰਨ। ਅਸੀਂ ਡੀਸੀ ਸਾਹਿਬ ਨੂੰ ਵੀ ਇਹੀ ਬੇਨਤੀ ਕਰਕੇ ਆ ਕਿ ਐਡਮਿਸ਼ਨ ਪ੍ਰੋਸੈਸ ਸ਼ੁਰੂ ਕੀਤਾ ਜਾਵੇ। ਮੈਡੀਕਲ ਕਾਉਂਸਲ ਨੂੰ ਹੈ ਜਿਹੜੀ ਜਾਂ ਕਮਿਸ਼ਨ ਹੈ
ਤੇ ਉਹਦੀ ਟੀਮ ਨੂੰ ਵਿਜ਼ਿਟ ਕਰਾ ਕੇ ਜਲਦੀ ਕਲਾਸਾਂ ਸ਼ੁਰੂ ਕੀਤੀਆਂ ਜਾਣ। ਉਹਦੇ ਵਿੱਚ ਕੋਈ ਅੜਿੱਕਾ ਨਹੀਂ ਕਲਾਸਾਂ ਦੇ ਵਿੱਚ। ਜਿਹੜਾ ਦੂਸਰਾ ਹੈਗਾ ਜ਼ਮੀਨ ਬਾਰੇ ਵੀ ਉੱਥੇ ਹੀ ਅਸੀਂ ਸਾਰੀਆਂ ਸਹਿਮਤ ਹਾਂ ਅਸੀਂ ਵੀ ਉੱਥੇ ਅਗਰ ਬਣਾਉਣਾ ਚਾਹੁੰਦੀ ਹੈ ਸਰਕਾਰ ਉੱਥੇ ਬਣਾ ਸਕਦੀ ਹੈ, ਅਸੀਂ ਸਾਰੇ ਉਸ ਲਈ ਸਹਿਮਤ ਹਾਂ। ਪਰ ਉਹਦੇ ਵਿੱਚ ਜਿਹੜੀਆਂ ਕੋਈ ਕਾਨੂੰਨੀ ਅੜਿੱਚਣਾ ਨੇ, ਕਾਨੂੰਨੀ ਅੜਿੱਚਣਾ ਅਸੀਂ ਆਪੋ ਆਪਣੇ ਵਕੀਲਾਂ ਨੂੰ, ਟਰਸਟ ਆਪਦੇ ਵਕੀਲ ਨੂੰ ਮਿਲੂ, ਸ਼੍ਰੋਮਣੀ ਆਪਣੀ ਕਮੇਟੀ ਆਪਦੇ ਵਕੀਲਾਂ ਨੂੰ ਮਿਲ ਕੇ ਜਿਵੇਂ ਉਹ ਸਾਨੂੰ ਸੁਜੈਸਟ ਕਰਨਗੇ ਉਹ ਕਾਨੂੰਨੀ ਪ੍ਰਕਿਰਿਆ ਜਿਹੜੀ ਉਹ ਵੀ ਫੋਲੋ ਕੀਤੀ ਜਾਊਗੀ। ਕਾਨੂੰਨੀ ਅੜਚਨਾ ਇਹ ਨੇ ਵੀ ਇਹਦੇ ਇੱਕ ਤਾਂ 1987 ਤੋਂ ਸ਼੍ਰੋਮਣੀ ਕਮੇਟੀ ਦੇ ਟਰਸਟ ਦਾ ਆਪਸੀ ਇਸ ਜ਼ਮੀਨ ਨੂੰ ਲੈ ਕੇ ਝਗੜਾ ਚੱਲ ਰਿਹਾ। ਉਹ ਨੋਟੀਫਿਕੇਸ਼ਨ ਦੇ ਰਿਗਾਰਡਿੰਗ ਟਰਸਟ ਨੂੰ ਤੇ ਸਟੇ ਮਿਲੀ ਹੋਈ ਹੈ ਆਲਰੇਡੀ। ਇਹ ਤੇ 1987 ਤੋਂ ਸਟੇ ਚੱਲ ਰਹੀ ਹੈ ਇਸ ਜ਼ਮੀਨ ਤੇ ਜਿਹੜੀ ਸਰਕਾਰ ਵੱਲੋਂ ਇਹ ਸਿਲੈਕਟ ਕੀਤੀ ਗਈ ਹੈ। ਤੇ ਦੂਸਰੀ ਫਿਰ ਸ਼੍ਰੋਮਣੀ ਕਮੇਟੀ ਵੱਲੋਂ ਮਤਲਬ ਇਹ ਜਿਹੜੀ ਕੰਸਟਰਕਸ਼ਨ ਤੇ ਇੱਥੇ ਉਸੇ ਕੇਸ ਨੂੰ ਬੇਸਿਸ ਲੈ ਕੇ ਇਹ ਤੇ ਮਤਲਬ ਸਟੇ ਚੱਲ ਰਹੀ ਹੈ ਕੰਸਟਰਕਸ਼ਨ ਤੇ। ਹੁਣ ਅਸੀਂ ਇਸ ਗੱਲ ਤੇ ਸਹਿਮਤ ਹੋਏ ਹਾਂ ਕਿ ਸ਼੍ਰੋਮਣੀ ਕਮੇਟੀ ਅਤੇ ਟਰਸਟ ਤੋਂ ਲਿਖਤੀ ਅਸੀਂ ਸਹਿਮਤੀ ਲਈ ਜਾਵੇ। ਅਸੀਂ ਇਸ ਮਤਲਬ ਸਹਿਮਤੀ ਦੇਣ ਨੂੰ ਵੀ ਇਹ ਜ਼ਮੀਨ ਅਸੀਂ 25 ਏਕੜ ਅਸੀਂ ਇਹ ਸਰਕਾਰ ਨੂੰ ਦੇਣ ਨੂੰ ਤਿਆਰ, ਕਿਉਂਕਿ ਦੋਨੋਂ ਧਿਰਾਂ ਦਾ ਉੱਤੇ ਮਤਲਬ ਇਹ ਕਲੇਮ ਹੈ, ਅਸੀਂ ਉੱਤੇ ਸਹਿਮਤ ਹਾਂ। ਮਤਲਬ ਆਪਦੀ ਸਹਿਮਤੀ ਇਹ ਟਰਸਟ ਦੇਣ ਨੂੰ ਤਿਆਰ ਹੈ ਤੇ ਸ਼੍ਰੋਮਣੀ ਕਮੇਟੀ ਵੀ ਤਿਆਰ ਹੈ। ਇਹ ਜਿਹੜੀ ਪਹਿਲਾਂ ਮਤਲਬ ਕਿ ਇੱਕ ਇਹ ਗੱਲ ਆਈ ਸੀ ਵੀ ਧਿਰਾਂ ਦੀ ਆਪਸੀ ਮਿਸਅੰਡਰਸਟੈਂਡਿੰਗ, ਧਿਰਾਂ ਦੀ ਮਿਸਅੰਡਰਸਟੈਂਡਿੰਗ ਕੋਈ ਨਹੀਂ ਸੀ। ਧਿਰਾਂ ਪਹਿਲੇ ਦਿਨ ਤੋਂ ਹੀ ਕਲੀਅਰ ਨੇ, ਪਹਿਲੇ ਦਿਨ ਤੋਂ ਉਹਨਾਂ ਨੂੰ ਸਾਰੇ ਸਟੇਟਸ ਦਾ ਪਤਾ ਹੈ। ਮਿਸਅੰਡਰਸਟੈਂਡਿੰਗ ਸਰਕਾਰ ਵੱਲੋਂ ਸੀ। ਇੱਕ ਜਿਹੜੀ ਬਾਬੇ ਵੱਲੋਂ ਕਿਸੇ ਗੈਰ ਕਾਨੂੰਨੀ ਢੰਗ ਨਾਲ ਰਜਿਸਟਰੀ ਕਰਾਈ ਗਈ ਹੈ ਉਹ ਉਹਦਾ ਹੁਣ ਉਹੀ ਤੁਹਾਡੀ ਹਾਂ ਉਹ ਰਜਿਸਟਰੀ ਨੂੰ ਅਸੀਂ ਮਾਨਤਾ ਨਹੀਂ, ਨਾ ਸ਼੍ਰੋਮਣੀ ਕਮੇਟੀ ਨਾ ਅਸੀਂ ਦੇ ਹੀ ਨਹੀਂ ਸਕਦੇ ਕਾਨੂੰਨੀ ਤੌਰ ਤੇ, ਨਾ ਉਹ ਕਾਨੂੰਨੀ ਤੌਰ ਤੇ ਵੈਲਿਡ ਹੈ। ਅਸੀਂ ਮਤਲਬ ਇਹਦੇ ਲਈ ਕੋਈ ਹੋਰ ਰਿਲੀਜ਼ ਕਰਨੀ ਪਈ, ਜੋ ਵੀ ਜਿਵੇਂ ਕੋਰਟ ਸਾਨੂੰ ਡਾਇਰੈਕਸ਼ਨ ਸਾਡੇ ਵਕੀਲ ਸਾਨੂੰ ਸੁਜੈਸਟ ਕਰਨਗੇ ਉਹ ਅਸੀਂ ਕੋਈ ਰੈਜੂਲੇਸ਼ਨ 25 ਏਕੜ ਤੋਂ ਕਲੇਮ ਚੱਕ ਰਹੀਆਂ ਨੇ ਸਾਰੀਆਂ। ਹਾਂ 25 ਏਕੜ ਤੋਂ ਅਸੀਂ ਆਪਦਾ ਕਲੇਮ ਜਿਸ ਤਰ੍ਹਾਂ ਕੋਈ ਖਤਮ ਕਰਾਂਗੇ ਵੀ ਇਹ ਅਸੀਂ ਸਰਕਾਰ ਨੂੰ ਯੂਨੈਨਿਮਸਲੀ ਦੇਣ ਨੂੰ ਤਿਆਰ ਹਾਂ। ਜੇ ਧਾਰਮਿਕ ਅਦਾਰਾ ਆਪਣੀ ਕੋਈ ਜ਼ਮੀਨ ਦੇ ਨਹੀਂ ਸਕਦਾ ਜੀ ਤਾਂ ਉਹਦਾ ਹੱਕ ਕਿਸ ਤਰ੍ਹਾਂ ਹੋਏਗਾ ਜੀ? ਉਹ ਲੀਜ਼ ਕਰਾ ਸਕਦੇ ਨੇ, ਤਾਂ ਹੀ ਤਾਂ ਅਸੀਂ ਰਜਿਸਟਰੀ ਨੂੰ ਵੈਲਿਡ ਕਰ ਸਕਦੇ। ਕਿਸੇ ਗੁਰੂ ਗ੍ਰੰਥ ਸਾਹਿਬ ਦੇ ਨਾਂ ਜ਼ਮੀਨ ਹੈ, ਕਿਸੇ ਗੁਰਦੁਆਰਾ ਸਾਹਿਬ ਦੇ ਨਾਂ ਤੇ ਜ਼ਮੀਨ ਹੈ, ਉਹਦੀ ਮਾਲਕੀ ਟਰਾਂਸਫਰ ਨਹੀਂ ਹੋ ਸਕਦੀ। ਹੁਣ ਜਿਹੜੀ ਸਾਰਾ ਪ੍ਰੋਸੈਸ ਦੁਬਾਰਾ ਹੋਵੇਗਾ ਜਿਹੜੀ ਲੀਜ਼ ਤੇ ਵੀ ਜਿਹੜੀ ਇਹ ਹੁਣ ਸਰਕਾਰ ਇਹ ਤਾਂ ਵਕੀਲ ਦੱਸਣਗੇ ਜਾਂ ਮਤਲਬ ਕਿ ਹੁਣ ਸਰਕਾਰ ਦੀ ਇੱਛਾ ਦੱਸੂਗੀ ਵੀ ਸਰਕਾਰ ਹੁਣ ਇਹਦੇ ਹੁਣ ਅਗਲਾ ਇਨੀਸ਼ੀਏਟਿਵ ਸਰਕਾਰ ਨੇ ਲੈਣਾ। ਜਿਹੜੀ ਅੱਗੇ ਪਹਿਲਾਂ ਗੈਰ ਕਾਨੂੰਨੀ ਢੰਗ ਨਾਲ ਜੇ ਹੋਈ ਸੀ ਉੱਤੇ ਐਕਸ਼ਨ ਲਿਆ ਜਾਂ ਸਰਕਾਰ ਉਹ ਕੋਰਟ ਦੇਖੂ, ਉਹ ਕੋਰਟ ਦੇ ਵਿਚਾਰਧੀਨ ਹੈ। ਕੋਰਟ ਦੇਖੂ ਵੀ ਉਹਨੂੰ ਉਹ ਤੇ ਕੀ ਮਤਲਬ ਕਿ ਕਾਰਵਾਈ ਹੋਣੀ ਹੈ। ਬਾਕੀ ਪਹਿਲਾ ਮਸਲਾ ਤਾਂ ਕਲਾਸਾਂ ਦਾ ਹੈ ਜੀ। ਹਾਂ ਪਹਿਲਾ ਮਸਲਾ ਕਲਾਸਾਂ ਦਾ, ਕਲਾਸਾਂ ਲਾਉਣ ਦੇ ਵਿੱਚ ਕੋਈ ਅੜਚਨ ਨਹੀਂ ਹੈਗੀ। 1 ਮਹੀਨੇ ਦੇ ਅੰਦਰ ਅੰਦਰ ਤਾਂ ਪਰਮਿਸ਼ਨ ਮਿਲਣੀ ਨਹੀਂ ਪਰਮਿਸ਼ਨ ਤਾਂ ਵਿਜ਼ਿਟ ਕਰੇਗੀ ਆਪਣੀ ਨੈਸ਼ਨਲ, ਉਹ ਤਾਂ ਚਾਹੇ ਕੱਲ ਨੂੰ ਵਿਜ਼ਿਟ ਕਰ ਲੈ, ਉਹ ਤਾਂ ਸਾਰਾ ਕੁਝ ਰੈਡੀ ਹੈ। ਉਹ ਤਾਂ ਮੈਂ ਅਸੀਂ ਡੀਸੀ ਸਾਹਿਬ ਨੂੰ ਬੇਨਤੀ ਕਰਕੇ ਆਏ ਆ ਵੀ ਡੀਆਰਐਮਈ ਜਿਹੜੇ ਉਹ ਆਥੋਰਾਈਜ਼ ਨੇ ਸਰਕਾਰ ਵੱਲੋਂ, ਡੀਆਰਐਮਈ ਡਾਇਰੈਕਟਰ ਮੈਡੀਕਲ ਐਜੂਕੇਸ਼ਨ ਹੈ ਜਿਹੜਾ ਉਹ ਮੈਡੀਕਲ ਉਸ ਨੂੰ ਲੱਗੇ ਵੀ ਸਾਡੇ ਕੋਲੇ ਬਿਲਡਿੰਗ ਅਵੇਲੇਬਲ ਹੈ, ਅਸੀਂ ਉੱਥੇ 10 ਕਾਲਜ ਚਲਾ ਰਹੇ ਹਾਂ ਜੀ। ਸਾਰੇ ਕਾਲਜ ਆਈ ਪਹਿਲੇ ਦਿਨ ਹੀ ਥੋੜ੍ਹਾ ਬਣ ਗਏ, ਅਸੀਂ ਪਹਿਲਾਂ ਹੋਰ ਬਿਲਡਿੰਗਾਂ 'ਚ ਕਲਾਸਾਂ ਚਲਾਈਆਂ ਨੇ ਤੇ ਅਗਲੇ ਸਾਲ ਉਹਦੀ ਬਿਲਡਿੰਗ ਬਣੀ ਆ। 10 ਦੇ 10 ਕਾਲਜ ਅਸੀਂ ਇਸ ਤਰ੍ਹਾਂ ਹੀ ਪਰਮਿਸ਼ਨਾਂ ਲਈਆਂ ਨੇ, AICTE ਤੋਂ ਲਈਆਂ ਨੇ, ਮੈਡੀਕਲ ਫਾਰਮੇਸੀ ਕਾਉਂਸਲ ਤੋਂ ਲਈਆਂ ਨੇ, ਸਾਰੀਆਂ ਪਰਮਿਸ਼ਨਾਂ ਇਸ ਤਰ੍ਹਾਂ ਹੀ ਲਈਆਂ ਨੇ। ਇਹ ਤਾਂ ਕਹਿਣਾ ਸਾਨੂੰ ਆਥੋਰਾਈਜ਼ ਕਰ ਦੇਣ ਡੀਸੀ ਸਾਹਿਬ ਸਰਕਾਰ, ਅਸੀਂ ਲੈ ਕੇ ਦਿਖਾਉਣੇ ਮਾਨਤਾ। ਮਾਨਤਾ ਸਾਹਿਬ ਜਿਹੜੀ ਸਹਿਮਤੀ ਹੋਈ ਹੈ ਅੱਜ ਸਾਰੀਆਂ ਤਰ੍ਹਾਂ ਪਹੁੰਚੀਆਂ ਨੇ, ਕੀ ਕਹਿਣਾ ਚਾਹੋਗੇ? ਦੇਖੋ ਜੀ ਇਹ ਤਾਂ ਪਹਿਲਾਂ ਸਾਰੀਆਂ ਧਿਰਾਂ ਵੀ ਸਹਿਮਤ ਸੀ, ਸਾਰਾ ਜ਼ਿਲ੍ਹਾ ਵੀ ਸਹਿਮਤ ਸੀ ਕਾਲਜ ਬਣਾਉਣ ਲਈ, ਇਹ 'ਚ ਕਦੇ ਵੀ ਕੋਈ ਅੜਚਨ ਨਹੀਂ ਸੀਗੀ। ਲੇਕਿਨ ਸਰਕਾਰ ਨੇ ਇੱਕ ਐਸਾ ਭੰਬਲ-ਭੂਸਾ ਪਾਤਾ ਸੀ ਕਿ ਕਾਨੂੰਨੀ ਅੜਚਨਾ ਦੂਰ ਕਰਨ ਤੋਂ ਪਹਿਲਾਂ ਹੀ ਕਿਸੇ ਜ਼ਮੀਨ ਦੇ ਉੱਤੇ ਡਿਸਪਿਊਟਡ ਜ਼ਮੀਨ ਉੱਤੇ ਪੱਥਰ ਰੱਖਦਾ ਸੀ। ਅਸੀਂ ਅੱਜ ਇਹ ਫੈਸਲੇ ਤੇ ਆਏ ਹਾਂ ਕਿ ਉਹ ਕਾਨੂੰਨੀ ਅੜਚਨਾ ਸਾਰੀਆਂ ਹਾਈ ਕੋਰਟ ਦੇ ਵਿੱਚ ਦੂਰ ਕਰਕੇ ਤੇ ਜਿਹੜਾ ਵੀ ਕਿਸੇ ਵੀ ਧਿਰ ਦੇ ਦੀ ਕੋਈ ਜ਼ਿੰਮੇਵਾਰੀ ਬਣਦੀ ਹੈ ਉਹ 25 ਕਿੱਲੇ ਅਸੀਂ ਉਸ ਕੇਸ ਦੇ ਵਿੱਚੋਂ ਡਿਸਪਿਊਟਡ ਕੇਸ ਵਿੱਚੋਂ ਹੀ ਕੱਢਣ ਵਾਸਤੇ ਸਰਕਾਰ ਨੂੰ ਦੇਣ ਵਾਸਤੇ ਤਿਆਰ ਹੋਏ ਹਾਂ। ਤੇ ਇਹ ਜਿਹੜੀ ਤੁਸੀਂ ਕਿਹਾ ਕਿ ਇੰਨੀ ਦੇਰ ਕਿਉਂ ਹੋਈ, ਉਹ ਦੇਰ ਤਾਂ ਸਰਕਾਰ ਨੇ ਹੀ ਗਲਤ ਸਟੈਪ ਲਿੱਤਾ ਸੀ। ਅਜੇ ਵੀ ਅਸੀਂ ਅੱਜ ਸਰਕਾਰ ਨੂੰ ਫੇਰ ਬੇਨਤੀ ਕੀਤੀ ਹੈ ਕਿ ਅਸੀਂ ਕਾਲਜ ਬਣਾਉਣ ਦੇ ਸਾਰਾ ਜ਼ਿਲ੍ਹਾ ਹੀ ਹੱਕ 'ਚ ਹੈ, ਧਿਰਾਂ ਨਹੀਂ ਸਾਰਾ ਜ਼ਿਲ੍ਹਾ ਸਾਰੀ ਸੰਗਤ ਹੱਕ 'ਚ ਹੈ। ਤੇ ਲੇਕਿਨ ਜਿਹੜੀਆਂ ਕਾਨੂੰਨੀ ਰਚਨਾ ਨੇ ਉਹਨਾਂ ਨੂੰ ਦੂਰ ਕਰਕੇ ਕੋਰਟ ਦੇ ਵਿੱਚ ਕੇਸ ਹੈ, ਸਟੇ ਹੈ, ਉਹਨੂੰ ਸਾਰੀਆਂ ਨੂੰ ਖਤਮ ਕਰਕੇ ਤੇ ਅਸੀਂ ਉਹ 25 ਕਿੱਲੇ ਉਸ ਕੇਸ 'ਚੋਂ ਬਾਹਰ ਕੱਢੇ ਜਾਣ ਤੇ ਬਾਕੀ ਜਿਹੜਾ ਕਾਨੂੰਨੀ ਕਿਸੇ ਦਾ ਕੋਈ ਕਿਸੇ ਧਿਰ ਦਾ ਹੱਕ ਬਣਦਾ ਹੈ ਉਹਦੇ ਉੱਤੇ ਕੋਰਟ ਆਪੀ ਫੈਸਲਾ ਕਰਦਾ ਰਹੇ। ਤੇ ਉਸ ਤੋਂ ਪਹਿਲਾਂ ਜਿਹੜਾ ਜਿੰਨਾ ਚਿਰ ਇਸ ਨੂੰ ਟਾਈਮ ਲੱਗਦਾ ਹੈ, ਅਸੀਂ ਅੱਜ ਇਹ ਵੀ ਬੇਨਤੀ ਕੀਤੀ ਹੈ, ਅਸੀਂ ਟਰਸਟ ਵਾਲਿਆਂ ਦਾ ਧੰਨਵਾਦ ਕਰਦੇ ਹਾਂ, ਇਹਨਾਂ ਕੋਲੇ ਸਫੀਸ਼ੈਂਟ ਬਿਲਡਿੰਗ ਹੈ ਤੇ ਬਹੁਤ ਵੱਡਾ ਹੋਸਟਲ ਹੈ, ਬਹੁਤ ਵੱਡੀਆਂ ਕਲਾਸਰੂਮ ਨੇ, ਸਾਰਾ ਜਿਹੜਾ ਇਨਫਰਾਸਟਰਕਚਰ ਸਾਰਾ ਮਤਲਬ ਇਹਨਾਂ ਕੋਲੇ ਪੂਰਾ ਹੈਗਾ ਇਸ ਕਾਲਜ ਨੂੰ ਚਲਾਉਣ ਲਈ। ਤੇ ਜਿਵੇਂ ਇਹਨਾਂ ਨੇ ਸਰਕਾਰ ਨੇ ਐਲਾਨ ਕੀਤਾ ਹੈ ਕਿ ਇਸ ਸੈਸ਼ਨ ਅਸੀਂ ਸ਼ੁਰੂ ਕਰਾਂਗੇ ਉਹ ਤੇ ਉਸ ਬਿਲਡਿੰਗ ਨੂੰ ਲੈ ਕੇ
ਟਰਸਟ ਤੋਂ ਇਹ ਫੈਸਲਾ ਹੋਇਆ ਕਿ ਉਹ ਸਰਕਾਰ ਆਪਣੀਆਂ ਕਲਾਸਾਂ ਸ਼ੁਰੂ ਕਰੇ ਤੇ ਹਾਈ ਕੋਰਟ ਚੋਂ ਜਿਹੜੀਆਂ ਕਾਨੂੰਨੀ ਅੜਚਣਾਂ ਨੇ ਉਸ ਨੂੰ ਦੂਰ ਕਰਾ ਕੇ ਇਹ ਜ਼ਮੀਨ ਉੱਤੇ ਹੀ ਬਣਾਇਆ ਜਾਵੇ। ਸਾਨੂੰ ਕੋਈ ਇਤਰਾਜ਼ ਨਹੀਂ ਹੈ। ਮਸਤੂਆਣਾ ਸਾਹਿਬ ਮੈਡੀਕਲ ਕਾਲਜ ਨੂੰ ਲੈ ਕੇ ਅੰਦਰੂਨੀ ਕਲੇਸ਼ ਚੱਲ ਰਿਹਾ ਸੀ ਸਾਰੀਆਂ ਧਿਰਾਂ ਦਾ, ਅੱਜ ਉਹ ਸਹਿਮਤ ਹੋ ਕੇ ਤੁਹਾਡੇ ਕੋਲ ਆਏ ਨੇ, ਕੀ ਗੱਲਬਾਤ ਹੋਈ ਹੈ ਜੀ? ਜੀ ਅੱਜ ਮੇਰੇ ਕੋਲੇ ਐਸਜੀਪੀਸੀ ਦੇ ਨੁਮਾਇੰਦੇ, ਅੰਗੀਠਾ ਸਾਹਿਬ ਦੇ ਬਾਬਾ ਦਰਸ਼ਨ ਸਿੰਘ ਜੀ, ਗੁਰਸਾਗਰ ਟਰਸਟ ਦੇ ਨੁਮਾਇੰਦੇ, ਇਹ ਸਾਰੇ ਅੱਜ ਮੇਰੇ ਕੋਲੇ ਆਏ ਸੀ। ਇਹਨਾਂ ਨੇ ਅੱਜ ਇੱਕ ਜੁਆਇੰਟ ਪ੍ਰੈਜੈਂਟੇਸ਼ਨ ਦਿੱਤੀ ਹੈ ਜਿਹਦੇ ਵਿੱਚ ਇਹਨਾਂ ਨੇ 4-5 ਨੁਕਤੇ ਇੱਥੇ ਲਿਖੇ ਨੇ। ਉਹਦੇ ਵਿੱਚ ਮੇਨ ਗੱਲ ਇਹਨਾਂ ਨੇ ਜਿਹੜੀ ਮੁੱਢਲੀ ਗੱਲ ਹੈ ਉਹ ਇਹ ਕਹੀ ਹੈ ਕਿ ਜਿੰਨੇ ਵੀ ਇਹ ਜੋ ਕੋਰਟ ਕੇਸ ਚੱਲ ਰਿਹਾ ਹੈ, ਇੱਥੇ ਇੱਕ ਤਾਂ ਸਾਰੀ ਧਿਰਾਂ ਇਸ ਗੱਲ ਨੂੰ ਐਗਰੀ ਕਰਦੀ ਹੈ ਕਿ ਇੱਥੇ ਕਾਲਜ ਬਣਨ, ਮੈਡੀਕਲ ਕਾਲਜ ਤਾਂ ਸਾਰੀ ਇੱਥੇ ਹੀ ਹੋਣੀ ਚਾਹੀਦੀ ਹੈ ਜਿੱਥੇ 25 ਏਕੜ ਜਿੱਥੇ ਨੀਂਹ ਪੱਥਰ ਰੱਖਿਆ ਗਿਆ ਹੈ। ਤੇ ਇਸ ਬਾਬਤ ਇਹਨਾਂ ਦਾ ਇਹ ਕਹਿਣਾ ਹੈ ਕਿ ਜਿਹੜਾ ਕੋਰਟ ਦੇ ਵਿੱਚ ਕੇਸ ਚੱਲ ਰਿਹਾ ਹੈ ਉਹਦੇ ਵਿੱਚੋਂ ਇਹ 25 ਏਕੜ ਨੂੰ ਐਕਸਕਲੂਡ ਕਰਾਉਣਗੇ। ਇਹਦੇ ਬਾਰੇ ਜਿਹੜੀ ਹੈਗੀ ਐਪਲੀਕੇਸ਼ਨ ਮੂਵ ਕਰਨਗੇ। ਇਹਨਾਂ ਦੇ ਨਾਲ ਗੱਲ ਹੋਈ, ਧਿਆਨ ਵਿੱਚ ਇਹਨਾਂ ਦੇ ਲਾਇਆ ਗਿਆ ਕਿ ਜੀ 10 ਮਈ ਨੂੰ ਜਿਹੜੀ ਹੈਗੀ ਅਗਲੀ ਡੇਟ ਹੈ ਤੇ ਇਹਨੂੰ ਜੇਕਰ ਆਪਾਂ ਛੇਤੀ ਨਿਬੇੜਨਾ ਹੈਗਾ ਤਾਂ ਫੌਰੀ ਤੌਰ ਤੇ ਕੋਰਟ ਦੇ ਵਿੱਚ ਸਾਨੂੰ ਐਪਲੀਕੇਸ਼ਨ ਮੂਵ ਕਰਨੀ ਚਾਹੀਦੀ ਹੈ ਅਰਲੀ ਹੀਅਰਿੰਗ ਵਾਸਤੇ, ਜਿੱਥੇ ਇਸ ਗੱਲ ਦਾ ਛੇਤੀ ਨਿਪਟਾਰਾ ਹੋ ਸਕਣ। ਇਸ ਦੇ ਬਾਬਤ ਇਹਨਾਂ ਵੱਲੋਂ ਇਹ ਵੀ ਕਿਹਾ ਗਿਆ ਹੈ ਕਿ ਕੋਰਟ ਦੇ ਵਿੱਚ ਇਹ ਐਪਲੀਕੇਸ਼ਨ ਮੂਵ ਕਰਨਗੇ। ਇੱਕ ਤਾਂ ਜਿਹੜੇ ਹੈਗੇ ਐਡਵਾਂਸ ਹੀਅਰਿੰਗ ਦੀ, ਸੈਕਿੰਡ ਕਿ ਸਾਰੇ ਧਿਰਾਂ ਸਹਿਮਤ ਹੈਗੀਆਂ ਤੇ 25 ਏਕੜ ਜਿਹੜੀ ਜ਼ਮੀਨ ਹੈ ਜਿੱਥੇ ਨੀਂਹ ਪੱਥਰ ਰੱਖਿਆ ਗਿਆ ਮਾਨਯੋਗ ਮੁੱਖ ਮੰਤਰੀ ਦੁਆਰਾ, ਉਹ ਜ਼ਮੀਨ ਡਿਸਪਿਊਟਡ ਪ੍ਰਾਪਰਟੀ 'ਚੋਂ ਕੱਢ ਲਿਆ ਜਾਣ। ਉੱਥੇ ਸਾਰੇ ਦੀ ਸਹਿਮਤੀ ਹੈ ਕਿ ਇੱਥੇ ਮੈਡੀਕਲ ਕਾਲਜ ਬਣਨ। ਦੂਜਾ ਇਹਨਾਂ ਨੇ ਕਿਹਾ ਹੈ ਕਿ ਟ੍ਰਾਂਜ਼ਿਟ ਕੈਂਪਸ ਵਾਸਤੇ ਜਿਹੜਾ ਇੱਥੇ ਬੀਐਡ ਕਾਲਜ ਚੱਲ ਰਿਹਾ ਉੱਥੇ ਇਨਫਰਾਸਟ੍ਰਕਚਰ ਪੂਰਾ ਹੈ, ਕਲਾਸਿਸ ਹੈ ਪਲੱਸ ਹੋਸਟਲ ਹੈ ਤੇ ਉਹ ਫੈਸਿਲਿਟੀ ਟ੍ਰਾਂਜ਼ਿਟ ਕੈਂਪਸ ਵਾਸਤੇ ਮੈਡੀਕਲ ਕਾਲਜ ਚਲਾਉਣ ਵਾਸਤੇ ਦੇਣ ਨੂੰ ਤਿਆਰ ਹੈ। ਇਹ ਸਾਰੇ ਪੁਆਇੰਟਸ ਇਹਨਾਂ ਨੇ ਲਿਖਤੀ ਤੌਰ ਤੇ ਦਿੱਤੇ ਹੈਗੇ। ਇਹਨਾਂ ਦਾ ਰਿਪਰੈਜ਼ੈਂਟੇਸ਼ਨ ਜਿਹੜਾ ਹੈਗਾ ਉਹ ਅੱਜ ਸਰਕਾਰ ਨੂੰ ਭੇਜਤਾ ਜਾਵੇਗਾ ਤੇ ਹਾਇਰ ਅਫਸਰ ਧਿਆਨ 'ਚ ਗੱਲ ਆਂਦੀ ਜਾਊਗੀ ਕਿ ਇਹ ਜਿਹੜੇ ਹੈਗੇ ਲੇਟੈਸਟ ਡਿਵੈਲਪਮੈਂਟ ਹੋਏ ਹੈ ਤੇ ਇਹਦੇ ਤੇ ਬਣਦੀ ਕਾਰਵਾਈ ਕੀਤੀ ਜਾਵੇ। ਕਲਾਸਿਸ ਨੂੰ ਲੈ ਕੇ ਲੱਗਦਾ ਕਿ ਹਾਂ ਟਾਈਮ ਸ਼ਾਰਟ ਰਹਿ ਗਿਆ ਕਿ ਸਾਰੇ ਜਿਹੜੀ ਫਾਰਮੈਲਿਟੀਜ਼ ਨੇ ਪੂਰੀਆਂ ਹੋ ਜਾਣਗੀਆਂ ਜਲਦੀ? ਜੀ ਜਿਹੜਾ ਇਹ ਟਾਈਮ ਹੈ ਇਹਦੇ ਬਾਰੇ ਗਵਰਨਮੈਂਟ ਆਫ ਇੰਡੀਆ ਨਾਲ ਮੈਟਰ ਟੇਕ ਅਪ ਕੀਤਾ ਜਾਵੇਗਾ। ਐਨਐਮਸੀ ਜਿਹੜੀ ਹੈਗੀ ਨੈਸ਼ਨਲ ਮੈਡੀਕਲ ਕਮਿਸ਼ਨ ਉਹ ਇਹਦੇ ਤੇ ਫੈਸਲਾ ਲੈਣਗੀਆਂ। ਅਸੀਂ ਕੋਸ਼ਿਸ਼ ਕਰਾਂਗੇ ਜੇਕਰ ਇਸ ਸੈਸ਼ਨ ਦੇ ਵਿੱਚ ਸ਼ੁਰੂ ਹੋ ਗਿਆ ਤਾਂ ਫਿਰ ਇਸ ਤੋਂ ਵਧੀਆ ਕੋਈ ਗੱਲ ਨਹੀਂ ਹੈ, ਨਹੀਂ ਤਾਂ ਨੈਕਸਟ ਸੈਸ਼ਨ ਦਾ ਡੈਫੀਨਿਟਲੀ ਆਪਾਂ ਇਸ ਤੇ ਸ਼ੁਰੂ ਕਰਾਂਗੇ। ਥੈਂਕ ਯੂ। ਸੰਗਰੂਰ ਤੋਂ ਹਰਕਮਲ ਹੈਪੀ ਦੇ ਨਾਲ ਚੜ੍ਹਦੀ ਕਲਾ ਟਾਈਮ ਟੀਵੀ ਬਿਊਰੋ।